ਪ੍ਰਤੀਕਾਤਮਕ ਨਿਖੇਧ, ਸੰਯੋਜਨ, ਉਪਾਦਨ, ਸਮਾਨਤਾ ਅਤੇ ਸੱਚ ਤਾਲਿਕਾ ਤਿੰਨ ਅਚਰਾਂ ਤੱਕ ਜਾਣ ਪਛਾਣ। ਆਧੁਨਿਕ ਤਰਕ ਸ਼ਾਸਤਰ ਨੂੰ ਪ੍ਰਤੀਕਾਤਮਕ ਤਰਕ ਸ਼ਾਸਤਰ, ਸਿੰਬੋਲਿਕ ਲੌਜਿਕ ਜਾਂ ਗਣਿਤਾਤਮਕ ਤਰਕ ਸ਼ਾਸਤਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਪ੍ਰਤੀਕਾਤਮਕ ਤਰਕ ਸ਼ਾਸਤਰ ਪੁਰਾਤਨ ਤਰਕ ਸ਼ਾਸਤਰ ਤੋਂ ਬਿਲਕੁਲ ਭਿੰਨ ਹੈ, ਕਿਉਂਕਿ ਇਸ ਵਿੱਚ ਸ਼ਬਦਾਂ ਤੇ ਭਾਸ਼ਾ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ। ਇਸ ਵਿੱਚ ਭਾਸ਼ਾ ਦੀ ਥਾਂ ਤੇ ਵਧੇਰੇ ਕਰਕੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਤਾਰਕਿਕ ਯੁਕਤੀਆਂ ਨੂੰ ਚਿੰਨ੍ਹਾਂ ਅਤੇ ਉਹਨਾਂ ਦੇ ਨਿਯਮਾਂ ਦੇ ਆਧਾਰ ਤੇ ਸੱਚ ਅਤੇ ਝੂਠ ਸਿੱਧ ਕੀਤਾ ਜਾਂਦਾ ਹੈ। ਬਰਟਨ ਰਸਲ, ਵਾਈਟਹੈਡ, ਫਰੈਗੇ ਅਤੇ ਵਿਟਗਨਸਟਾਈਨ ਆਦਿ ਦਾਰਸ਼ਨਿਕਾਂ ਨੇ ਤਰਕ ਸ਼ਾਸਤਰ ਨੂੰ ਗਣਿਤਾਤਮਕ ਤਰਕ ਸ਼ਾਸਤਰ ਵਿੱਚ ਵਿਕਸਿਤ ਕੀਤਾ ਹੈ। Alfred North Whitehead, an important contributor to the advance of symbolic logic, says, by the aid of symbolism, we can make transition in reasoning almost mechanically by the eye, which would otherwise call into play the higher faculty of the brain. ਪ੍ਰਤੀਕਾਤਮਕ ਤਰਕ ਸ਼ਾਸਤਰ ਦਾ ਮੁੱਖ ਸੰਬੰਧ ਚਿੰਨ੍ਹਾਂ ਨਾਲ ਹੁੰਦਾ ਹੈ ਅਤੇ ਇਹਨਾਂ ਦੀ ਵਰਤੋਂ ਨਾਲ ਗੁੰਝਲਦਾਰ ਤਰਕ ਵਾਕਾਂ ਦੀ ਸੱਚਾਈ ਦੀ ਪਰਖ ਕੀਤੀ ਜਾਂਦੀ ਹੈ। ਪ੍ਰਤੀਕਾਤਮਕ ਤਰਕ ਸ਼ਾਸਤਰ ਸਿੱਖਣ ਨਾਲ ਮਨੁੱਖ ਦੀ ਬੁੱਧੀ ਤੀਬਰ ਹੁੰਦੀ ਹੈ। ਇਸ ਲਈ ਪ੍ਰਤੀਕਾਤਮਕ ਤਰਕ ਸ਼ਾਸਤਰ ਮਨੁੱਖ ਦੀ ਬੁੱਧੀ ਦੀ ਪਰਖ ਦੀ ਕਸੌਟੀ ਮੰਨਿਆ ਜਾਂਦਾ ਹੈ। ਪ੍ਰਤੀਕਾਤਮਕ ਤਰਕ ਸ਼ਾਸਤਰ ਨੂੰ ਗਣਿਤਾਤਮਕ ਤਰਕ ਸ਼ਾਸਤਰ ਵੀ ਕਿਹਾ ਜਾਂਦਾ ਹੈ, ਕਿਉਂਕਿ ਗਣਿਤ ਦੀ ਤਰ੍ਹਾਂ ਪ੍ਰਤੀਕਾਤਮਕ ਤਰਕ ਸ਼ਾਸਤਰ ਦਾ ਆਧਾਰ ਆਕਾਰ ਆਤਮਿਕਤਾ ਹੈ। ਇਸ ਦਾ ਭਾਵ ਹੈ ਕਿ ਤਰਕ ਸ਼ਾਸਤਰ ਵਿੱਚ ਦਲੀਲ ਦੀ ਵਸਤੂਗਤ ਸੱਚਾਈ ਦੀ ਪਰਖ ਨਹੀਂ ਕੀਤੀ ਜਾਂਦੀ, ਸਗੋਂ ਕੇਵਲ ਆਕਾਰ ਸ਼ੁੱਧਤਾ ਦੀ ਪਰਖ ਕੀਤੀ ਜਾਂਦੀ ਹੈ। ਇਸ ਤਰ੍ਹਾਂ ਗਣਿਤ ਤੇ ਪ੍ਰਤੀਕਾਤਮਕ ਤਰਕ ਸ਼ਾਸਤਰ ਵਿੱਚ ਕਈ ਸਮਾਨਤਾ ਹਨ। ਪ੍ਰਤੀਕਾਤਮਕ ਤਰਕ ਸ਼ਾਸਤਰ ਦਾ ਸਭ ਤੋਂ ਵੱਡਾ ਗੁਣ ਇਸ ਦੀ ਕਲੈਰਿਟੀ ਹੈ। ਅਸਲ ਵਿੱਚ ਆਮ ਭਾਸ਼ਾ ਦੇ ਦੋਸ਼ਾਂ ਤੋਂ ਬਚਣ ਲਈ ਆਧੁਨਿਕ ਤਰਕ ਸ਼ਾਸਤਰੀਆਂ ਨੇ ਚਿੰਨ੍ਹਾਂ ਦੇ ਰੂਪ ਵਿੱਚ ਭਾਸ਼ਾ ਵਿਕਸਿਤ ਕੀਤੀ ਹੈ। ਪ੍ਰਤੀਕਾਤਮਕ ਤਰਕ ਸ਼ਾਸਤਰ ਵਿੱਚ ਵਰਤੇ ਜਾਣ ਵਾਲੇ ਪ੍ਰਮੁੱਖ ਚਿੰਨ੍ਹ ਹੇਠ ਲਿਖੇ ਅਨੁਸਾਰ ਹਨ। ਪਹਿਲਾ ਚਿੰਨ੍ਹ ਹੈ ਨਿਖੇਧ, ਨਿਗੇਸ਼ਨ। ਦੂਜਾ ਚਿੰਨ੍ਹ ਹੈ ਸੰਯੋਜਕ, ਕੰਜੰਕਸ਼ਨ। ਤੀਜਾ ਚਿੰਨ੍ਹ ਹੈ ਉਪਾਦਨ, ਇੰਪਲੀਕੇਸ਼ਨ। ਚੌਥਾ ਚਿੰਨ੍ਹ ਹੈ ਸਮਾਨਤਾ, ਇਕੁਇਵੈਲੈਂਸ। ਸਭ ਤੋਂ ਪਹਿਲਾਂ ਅਸੀਂ ਚਿੰਨ੍ਹ ਡਿਸਕਸ ਕਰਾਂਗੇ, ਉਸਦਾ ਨਾਮ ਹੈ ਨਿਖੇਧ ਦਾ ਚਿੰਨ੍ਹ, ਸਿੰਬਲ ਆਫ ਨਿਗੇਸ਼ਨ। ਨਿਖੇਧ ਲਈ ਪ੍ਰਤੀਕਾਤਮਕ ਤਰਕ ਸ਼ਾਸਤਰ ਵਿੱਚ ਨੋਟ ਚਿੰਨ੍ਹ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਚਿੰਨ੍ਹ ਤਰਕ ਵਾਕਾਂ ਦੇ ਪ੍ਰਤੀਕਾਤਮਕ ਅੱਖਰ ਤੋਂ ਪਹਿਲਾਂ ਲਿਖਿਆ ਜਾਂਦਾ ਹੈ ਅਤੇ ਇਹ ਹਮੇਸ਼ਾ ਪ੍ਰਤੀਕਾਤਮਕ ਅੱਖਰ ਦੇ ਨਾਲ ਵਰਤਿਆ ਜਾਂਦਾ ਹੈ। ਜੇ ਕਿਸੇ ਵੀ ਪ੍ਰਤੀਕਾਤਮਕ ਅੱਖਰ ਦਾ ਮੁੱਲ ਸੱਚਾਈ ਦੇ ਰੂਪ ਵਿੱਚ ਹੋਵੇ ਤਾਂ ਉਸ ਨਾਲ ਸੰਬੰਧਿਤ ਨਿਖੇਧ ਦਾ ਮੁੱਲ ਝੂਠ ਹੋ ਜਾਂਦਾ ਹੈ, ਪਰੰਤੂ ਇਸ ਦੇ ਉਲਟ ਜੇਕਰ ਪ੍ਰਤੀਕਾਤਮਕ ਅੱਖਰ ਦਾ ਮੁੱਲ ਝੂਠ ਹੋਵੇ ਤਾਂ ਉਸ ਦੇ ਨਿਖੇਧ ਦਾ ਮੁੱਲ ਸੱਚਾਈ ਹੋ ਜਾਂਦਾ ਹੈ। Copy says the negation of a true statement is false and the negation of a false statement is true. ਇਸ ਨੂੰ ਸੱਚ ਤਾਲਿਕਾ ਦੇ ਅਨੁਸਾਰ ਇਸ ਤਰ੍ਹਾਂ ਜਾਣਿਆ ਜਾ ਸਕਦਾ ਹੈ। ਇਸ ਚਿੱਤਰ ਦੇ ਅਨੁਸਾਰ ਜਿਹੜਾ ਪਹਿਲਾ ਵੈਰੀਏਬਲ ਹੈ P, ਉਹਦੇ ਨੀਚੇ ਅਸੀਂ ਲਿਖਿਆ ਹੈ TF, ਤੇ ਦੂਜੇ ਵੈਰੀਏਬਲ ਹੈ ਸੇਮ ਜਿਹੜਾ ਵੈਰੀਏਬਲ ਹੈ TF, ਉਹਦੇ ਪਹਿਲਾਂ ਨੋਟ ਦਾ ਨਿਖੇਧ ਗਿਆ ਤੇ ਇਸ ਕਾਰਨ ਨਿਖੇਧੀ ਵਿੱਚ ਅਸੀਂ ਤਰਕ ਵਾਕ ਦੇ ਸੱਚ ਮੁੱਲ ਨੂੰ ਬਦਲਦੇ ਹਾਂ। ਇਸ ਉਦਾਹਰਨ ਵਿੱਚ P ਚਰ ਦਾ ਮੁੱਲ T ਹੈ, ਪਰ ਨਿਖੇਧਾਤਮਕ ਚਿੰਨ੍ਹ ਆਉਣ ਕਾਰਨ ਇਸ ਦਾ ਮੁੱਲ ਝੂਠ ਮੰਨਿਆ ਜਾਵੇਗਾ। ਦੂਜਾ ਹੈ ਸੰਯੋਜਨ ਦਾ ਚਿੰਨ੍ਹ, ਸਿੰਬਲ ਆਫ ਕੰਜੰਕਸ਼ਨ। ਪ੍ਰਤੀਕਾਤਮਕ ਤਰਕ ਸ਼ਾਸਤਰ ਦਾ ਮੁੱਖ ਸੰਬੰਧ
ਮਿਸ਼ਰਿਤ ਵਾਕਾਂ ਨਾਲ ਹੁੰਦਾ ਹੈ ਅਤੇ ਮਿਸ਼ਰਿਤ ਵਾਕਾਂ ਨੂੰ ਆਪਸ ਵਿੱਚ ਚਿੰਨ੍ਹਾਂ ਰਾਹੀਂ ਮਿਲਾਇਆ ਜਾਂਦਾ ਹੈ। ਉਹਨਾਂ ਚਿੰਨ੍ਹਾਂ ਵਿੱਚ ਸੰਯੋਜਨ ਦਾ ਵੀ ਚਿੰਨ੍ਹ ਹੈ। ਸੰਯੋਜਨ ਮਿਸ਼ਰਿਤ ਤਰਕ ਵਾਕ ਯੁਕਤੀਆਂ ਨੂੰ ਵਿੱਚ ਤਾਰਕਿਕ ਸੰਬੰਧਾਂ ਦੇ ਸੂਚਕ ਸੰਬੰਧ ਹਨ ਅਤੇ ਪ੍ਰਤੀਕਾਤਮਕ ਤਰਕ ਸ਼ਾਸਤਰ ਵਿੱਚ ਇਹਨਾਂ ਦੀ ਥਾਂ ਤੇ ਖਾਸ ਚਿੰਨ੍ਹਾਂ ਦੀ ਵਰਤੋਂ ਹੁੰਦੀ ਹੈ। ਇੱਕ ਸਰਲ ਤਰਕ ਵਾਸਤੇ ਇੱਕ ਅੱਖਰ ਅਤੇ ਦੋ ਸਰਲ ਤਰਕ ਵਾਸਤੇ ਦੋ ਅੱਖਰ ਅਤੇ ਇਸ ਤੋਂ ਇਲਾਵਾ ਸਰਲ ਤਰਕ ਵਾਸਤੇ ਕਈ ਅੱਖਰਾਂ ਦੇ ਰੂਪ ਵਿੱਚ ਹੋ ਸਕਦੇ ਹਨ। ਆਧੁਨਿਕ ਤਰਕ ਸ਼ਾਸਤਰ ਵਿੱਚ ਜਿੰਨੇ ਵੀ ਸਰਲ ਤਰਕ ਵਾਕ ਹੋਣਗੇ ਉਨੇ ਅੱਖਰ ਉਹਨਾਂ ਨੂੰ ਪ੍ਰਤੀਕਾਤਮਕ ਰੂਪ ਵਿੱਚ ਬਦਲਣ ਵਾਸਤੇ ਵਰਤੇ ਜਾਂਦੇ ਹਨ। ਉਦਾਹਰਨ ਦੇ ਤੌਰ ਤੇ ਭਾਰਤ ਅਤੇ ਪਾਕਿਸਤਾਨ ਮਿੱਤਰ ਦੇਸ਼ ਹਨ। ਇਸ ਨੂੰ ਪ੍ਰਤੀਕਾਤਮਕ ਵਿੱਚ ਇਸ ਤਰ੍ਹਾਂ ਲਿਖਿਆ ਜਾਵੇਗਾ ਪ ਐਂਡ ਪੀ। ਇਸ ਉਦਾਹਰਨ ਵਿੱਚ ਅਤੇ ਸ਼ਬਦ ਸੰਯੋਜਨ ਦੇ ਰੂਪ ਵਿੱਚ ਹੈ। ਸੰਯੋਜਨ ਦਾ ਚਿੰਨ੍ਹ ਬਿੰਦੀ ਦੇ ਰੂਪ ਵਿੱਚ ਹੈ। Copy says other English words such as moreover, further, more, but, yet, however, etc. are also used to conjoin two statement into a single compound one। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਜੇ ਇੱਕ ਸਰਲ ਤਰਕ ਵਾਕ ਸੱਚ ਜਾਂ ਝੂਠ ਹੁੰਦਾ ਹੈ, ਪਰ ਆਧੁਨਿਕ ਪ੍ਰਤੀਕਾਤਮਕ ਵਿੱਚ ਦੋ ਸਰਲ ਤਰਕ ਵਾਕਾਂ ਵਿੱਚ ਚਾਰ ਪ੍ਰਕਾਰ ਦਾ ਮੁਲਾਂਕਣ ਹੋ ਸਕਦਾ ਹੈ। ਸੰਯੋਜਨ ਦੀ ਪਰਿਭਾਸ਼ਾ ਅਨੁਸਾਰ ਸੰਯੋਜਨ ਤਾਂ ਸੱਚਾ ਹੁੰਦਾ ਹੈ ਜਦੋਂ ਇਸ ਦੇ ਦੋਵੇਂ ਸੰਯੋਜਕ ਸੱਚ ਹੋਣ, ਨਹੀਂ ਤਾਂ ਇਹ ਝੂਠ ਹੁੰਦਾ ਹੈ। Copy says a conjunction is true if both its conjuncts are true but false otherwise। ਸੰਯੋਜਕ ਦੀ ਪਰਿਭਾਸ਼ਾ ਹੇਠ ਲਿਖੇ ਡਾਇਗਰਾਮ ਦੇ ਅਨੁਸਾਰ ਚੰਗੀ ਤਰ੍ਹਾਂ ਸਮਝੀ ਜਾ ਸਕਦੀ ਹੈ। ਪਹਿਲੀ ਡਾਇਗਰਾਮ ਦੇ ਅਨੁਸਾਰ ਊੜਾ ਤੇ ਆੜਾ ਕੀ ਹਨ? ਸੰਯੋਜਕ ਸ਼ਬਦ ਹਨ। ਪਹਿਲੇ ਨੀਚੇ ਅਸੀਂ ਸ ਹੈ ਤੇ ਆੜੇ ਨੀਚੇ ਵੀ ਸ ਹੈ। ਇਸ ਕੰਡੀਸ਼ਨ ਦੇ ਵਿੱਚ ਸੰਯੋਜਨ ਸੱਚਾ ਹੁੰਦਾ ਹੈ। ਸਿਰਫ ਇੱਕ ਕੰਡੀਸ਼ਨ ਦੇ ਵਿੱਚ ਸੰਯੋਜਨ ਸੱਚਾ ਹੁੰਦਾ ਹੈ, ਬਾਕੀ ਸਾਰੀ ਕੰਡੀਸ਼ਨ ਦੇ ਵਿੱਚ ਸੰਯੋਜਨ ਝੂਠਾ ਹੁੰਦਾ ਹੈ। ਇਸ ਨੂੰ ਅਸੀਂ ਇਸ ਢੰਗ ਨਾਲ ਵੀ ਕਹਿ ਸਕਦੇ ਹਾਂ, ਜੇ ਊੜਾ ਸੱਚ ਹੈ ਅਤੇ ਆੜਾ ਸੱਚ ਹੈ, ਊੜਾ ਐਂਡ ਆੜਾ ਸੱਚ ਹੈ। ਜੇ ਊੜਾ ਸੱਚ ਹੈ ਅਤੇ ਆੜਾ ਝੂਠ ਹੈ, ਊੜਾ ਐਂਡ ਆੜਾ ਝੂਠ ਹੈ। ਜੇ ਊੜਾ ਝੂਠ ਹੈ ਅਤੇ ਆੜਾ ਸੱਚ ਹੈ ਤਾਂ ਊੜਾ ਐਂਡ ਆੜਾ ਝੂਠ ਹੈ। ਜੇ ਊੜਾ ਝੂਠ ਹੈ ਅਤੇ ਆੜਾ ਵੀ ਝੂਠ ਹੈ ਤਾਂ ਆੜਾ ਝੂਠ ਹੈ। ਸੰਯੋਜਕ ਦੇ ਉਲਟ ਵਿਯੋਜਨ ਡਿਜੰਕਸ਼ਨ ਹੈ। ਅੰਗਰੇਜ਼ੀ ਦੇ ਵੀ ਦੀ ਤਰ੍ਹਾਂ ਵਿਯੋਜਨ ਦਾ ਚਿੰਨ੍ਹ ਜਾਣਿਆ ਜਾਂਦਾ ਹੈ। ਵਿਯੋਜਨ ਤਾਂ ਝੂਠ ਹੁੰਦਾ ਹੈ ਜਦੋਂ ਦੋਨੋਂ ਵਿਯੋਜਕ ਝੂਠ ਹੋਣ, ਬਾਕੀ ਸਾਰੀ ਸਥਿਤੀਆਂ ਵਿੱਚ ਇਹ ਸੱਚ ਹੁੰਦਾ ਹੈ। ਇਸ ਦੀ ਪਰਿਭਾਸ਼ਾ ਹੇਠ ਲਿਖੇ ਡਾਇਗਰਾਮ ਦੇ ਅਨੁਸਾਰ ਚੰਗੀ ਤਰ੍ਹਾਂ ਜਾਣੀ ਜਾ ਸਕਦੀ ਹੈ। ਉਹ ਇਸ ਪ੍ਰਕਾਰ ਹੈ। ਇਸ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਤਰਕ ਵਾਕਾਂ ਨੂੰ ਜਾਂ ਦੁਆਰਾ ਜੋੜਿਆ ਜਾਂਦਾ ਹੈ। ਅਪਾਦਨ ਦਾ ਚਿੰਨ੍ਹ ਸਿੰਬਲ ਆਫ ਇੰਪਲੀਕੇਸ਼ਨ। ਇਹ ਤਰਕ ਵਾਕ ਸਿੱਧੇ ਜਾਂ ਅਸਿੱਧੇ ਤੌਰ ਤੇ ਸ਼ਰਤ ਤੇ ਆਧਾਰਿਤ ਹੁੰਦੇ ਹਨ। ਅਪਾਦਾਤਮਕ ਤਾਰਕਿਕ ਯੁਕਤੀਆਂ ਵਿੱਚ ਦੋ ਭਾਗ ਪਾਏ ਜਾਂਦੇ ਹਨ। ਪਹਿਲੇ ਭਾਗ ਨੂੰ ਪੂਰਵਰਤੀ ਭਾਗ ਜਾਂ ਅਪਾਦਕ ਭਾਗ ਅਤੇ ਦੂਜੇ ਭਾਗ ਨੂੰ ਉੱਤਰਵਰਤੀ ਜਾਂ ਅਪਾਦਿਆ ਦੇ ਰੂਪ ਵਿੱਚ ਹੁੰਦਾ ਹੈ। Copy say the component between the if and the then is called the antecedent and the component which follow the then is called consequent। ਇਸ ਤੋਂ ਭਾਵ ਅਪਾਦਕ ਵਾਸਤੇ ਜੇ ਸ਼ਬਦ ਅਤੇ ਅਪਾਦਿਆ ਲਈ ਤਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਉਦਾਹਰਨ ਦੇ ਤੌਰ ਤੇ ਜੇ ਤੁਸੀਂ ਮਿਹਨਤ ਕਰੋਗੇ ਤਾਂ ਫਸਟ ਆਓਗੇ। ਅਸੀਂ ਇਸ ਨੂੰ ਪ੍ਰਤੀਕਾਤਮਕ ਦੇ ਰੂਪ ਵਿੱਚ ਇਸ ਤਰ੍ਹਾਂ ਲਿਖ ਸਕਦੇ ਹਾਂ, ਮ ਇੰਪਲਾਈ ਫॉर। ਇੱਥੇ ਮ ਸ਼ਬਦ ਹੈ ਮਿਹਨਤ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਤੇ ਫॉर ਸ਼ਬਦ ਫਸਟ ਨੂੰ ਪ੍ਰੈਜ਼ੈਂਟ ਕਰ ਰਿਹਾ ਹੈ। ਇਸ ਉਦਾਹਰਨ ਵਿੱਚ ਅਸੀਂ ਤਾਂ ਦੀ ਜਗ੍ਹਾ ਅਪਾਦਨ ਦਾ ਚਿੰਨ੍ਹ ਵਰਤਿਆ ਹੈ। ਅਪਾਦਨ ਦੇ ਚਿੰਨ੍ਹ ਘੋੜੇ ਦੀ ਖੁਰ ਹੋਰਸ਼ੂ ਦੀ ਤਰ੍ਹਾਂ ਹੁੰਦਾ ਹੈ। Implication has been defined as false when its antecedent is true and the consequent is false. In all other conditions it is true। ਇਸ ਤੋਂ ਭਾਵ ਅਪਾਦਨ ਇੱਕ ਹਾਲਤ ਵਿੱਚ ਝੂਠ ਹੁੰਦਾ ਹੈ ਜਦੋਂ ਅਪਾਦਨ ਸ ਅਤੇ ਅਪਾਦਿਆ ਝੂਠ ਹੋਵੇ, ਬਾਕੀ ਸਾਰੀ ਹਾਲਤਾਂ ਵਿੱਚ ਇਹ ਹੁੰਦਾ ਹੈ।
ਉਪਾਦਨ ਦੀ ਪਰਿਭਾਸ਼ਾ ਹੇਠ ਲਿਖੇ ਚਿੱਤਰ ਦੇ ਅਨੁਸਾਰ ਚੰਗੀ ਤਰ੍ਹਾਂ ਸਮਝੀ ਜਾ ਸਕਦੀ ਹੈ। ਇਸ ਚਿੱਤਰ ਵਿੱਚ ਊੜਾ ਅਤੇ ਆਰਾ ਦੋ ਸਰਲ ਤਰਕ ਵਾਕਾਂ ਦੇ ਰੂਪ ਵਿੱਚ ਹਨ। ਜੇ ਊੜਾ ਉਪਾਦਕ ਸੱਚ ਹੈ ਤੇ ਆਰਾ ਉਪਾਦਿਆ ਸੱਚ ਹੈ ਤਾਂ ਉਪਾਦਨ ਸੱਚ ਹੈ। ਦੂਜੀ ਹਾਲਤ ਵਿੱਚ ਊੜਾ ਉਪਾਦਨ ਸੱਚ ਹੈ ਤੇ ਆਰਾ ਉਪਾਦਿਆ ਝੂਠ ਹੈ ਤਾਂ ਉਪਾਦਨ ਝੂਠ ਹੈ। ਤੀਜੀ ਹਾਲਤ ਵਿੱਚ ਊੜਾ ਉਪਾਦਨ ਝੂਠ ਹੈ, ਆਰਾ ਉਪਾਦਨ ਸੱਚ ਹੈ ਤਾਂ ਉਪਾਦਨ ਸੱਚ ਹੈ। ਚੌਥੀ ਹਾਲਤ ਵਿੱਚ ਊੜਾ ਉਪਾਦਕ ਝੂਠ ਹੈ ਤੇ ਆਰਾ ਉਪਾਦਿਆ ਵੀ ਝੂਠ ਹੈ ਤਾਂ ਉਪਾਦਨ ਇਸ ਹਾਲਤ ਵਿੱਚ ਵੀ ਸੱਚ ਹੋਵੇਗਾ। ਚੌਥਾ ਸਿੰਬਲ ਹੈ ਸਮਾਨਤਾ ਦਾ ਚਿੰਨ੍ਹ, ਸਿੰਬਲ ਆਫ ਇਕੁਇਵੈਲੈਂਸ। ਸਮਾਨਤਾ ਸ਼ਬਦ ਸਮਾਨ ਮੁੱਲਤਾ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਸਮਾਨ ਮੁੱਲਤਾ ਦਾ ਅਰਥ ਦੋਹਰੀ ਸ਼ਰਤ ਵਾਸਤੇ ਵਰਤਿਆ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਹਰੀ ਪ੍ਰੀਖਿਆ ਵਿੱਚ ਪਾਸ ਹੋ ਸਕਦਾ ਹੈ ਜੇ ਅਤੇ ਕੇਵਲ ਜੇ ਉਹ ਮਿਹਨਤ ਕਰੇ। ਸਮਾਨਤਾ ਲਈ ਤਿੰਨ ਚਿੰਨ੍ਹ ਰੇਖਾ ਵਾਲੇ ਚਿੰਨ੍ਹ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਉਹ ਇਸ ਪ੍ਰਕਾਰ ਹੈ। ਸਮਾਨਤਾ ਤਾਂ ਹੀ ਸੱਚੀ ਹੁੰਦੀ ਹੈ ਜਦੋਂ ਦੋਨੋਂ ਮੁੱਲ ਸਮਾਨ ਹੋਣ, ਨਹੀਂ ਤਾਂ ਇਹ ਝੂਠੀ ਹੁੰਦੀ ਹੈ। Whitehead and Russell says that two propositions are equivalent when and only when they are both true or both false. Patrick says biconditional is true when its two components have the same truth values, otherwise it is false. ਇਹ ਸਮਾਨਤਾ ਦੀ ਪਰਿਭਾਸ਼ਾ ਨੂੰ ਹੇਠ ਲਿਖੇ ਚਿੱਤਰ ਅਨੁਸਾਰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਉਹ ਇਸ ਪ੍ਰਕਾਰ ਹੈ। ਪ੍ਰਤੀਕਾਤਮਕ ਤਰਕ ਸ਼ਾਸਤਰ ਦੇ ਚਿੰਨ੍ਹਾਂ ਅਤੇ ਸੱਚ ਤਾਲਿਕਾ ਵਿੱਚ ਆਪਸ ਵਿੱਚ ਡੂੰਘਾ ਸੰਬੰਧ ਹੈ। ਇਹ ਉੱਪਰ ਦਰਸਾਏ ਗਏ ਚਿੰਨ੍ਹਾਂ ਅਤੇ ਉਹਨਾਂ ਦੀ ਪਰਿਭਾਸ਼ਾ ਨੂੰ ਯਾਦ ਰੱਖੇ ਬਿਨਾਂ ਅਸੀਂ ਸੱਚ ਤਾਲਿਕਾ ਦੀ ਵਿਧੀ ਨੂੰ ਨਹੀਂ ਅਪਣਾ ਸਕਦੇ। ਹੁਣ ਅਸੀਂ ਡਿਸਕਸ ਕਰਾਂਗੇ ਸੱਚ ਤਾਲਿਕਾ ਤਿੰਨ ਅਚਰਾਂ ਤੱਕ। ਆਧੁਨਿਕ ਤਰਕ ਸ਼ਾਸਤਰ ਵਿੱਚ ਤਾਰਕਿਕ ਯੁਕਤੀਆਂ ਨੂੰ ਸੱਚ ਜਾਂ ਝੂਠ ਸਿੱਧ ਕਰਨ ਲਈ ਸੱਚ ਤਾਲਿਕਾ ਇੱਕ ਮਹੱਤਵਪੂਰਨ ਵਿਧੀ ਹੈ। ਤਾਰਕਿਕ ਯੁਕਤੀਆਂ ਜਿਹੜੀਆਂ ਸੱਚ ਤਾਲਿਕਾ ਦੇ ਨਿਯਮਾਂ ਦੇ ਆਧਾਰ ਤੇ ਸੱਚ ਹੁੰਦੀਆਂ ਹਨ ਉਹ ਹਮੇਸ਼ਾ ਲਈ ਸੱਚ ਹੁੰਦੀਆਂ ਹਨ, ਅਤੇ ਜਿਹੜੀ ਨਿਯਮਾਂ ਦੇ ਆਧਾਰ ਤੇ ਝੂਠ ਹੁੰਦੀਆਂ ਹਨ ਉਹ ਇਹਨਾਂ ਨਿਯਮਾਂ ਦੇ ਆਧਾਰ ਤੇ ਝੂਠ ਸਿੱਧ ਹੁੰਦੀਆਂ ਹਨ ਤੇ ਉਹ ਹਮੇਸ਼ਾ ਵਾਸਤੇ ਝੂਠ ਰਹਿੰਦੀਆਂ ਹਨ। ਇਹ ਵਿਧੀ ਸਿੱਖਣ ਲਈ ਉੱਪਰ ਦੱਸੇ ਗਏ ਨਿਖੇਧ, ਸੰਯੋਜਨ, ਉਪਾਦਨ ਅਤੇ ਸਮਾਨਤਾ ਦੇ ਜ਼ਰੂਰੀ ਨਿਯਮ ਅਤੇ ਪਰਿਭਾਸ਼ਾ ਯਾਦ ਰੱਖਣੀਆਂ ਜ਼ਰੂਰੀ ਹਨ। ਸੱਚ ਤਾਲਿਕਾ ਬਣਾਉਣ ਦੀ ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਜਿਸ ਤਰਕ ਵਾਕ ਦੀ ਤਾਲਿਕਾ ਤਿਆਰ ਕਰਾਂਗੇ ਤਾਂ ਉਸ ਲਈ ਵੇਖਣਾ ਜ਼ਰੂਰੀ ਹੈ ਕਿ ਉਸ ਵਿੱਚ ਕਿੰਨੇ ਚਰ ਦੀ ਗਿਣਤੀ ਹੈ। ਇੱਕ ਸੱਚ ਤਾਲਿਕਾ ਵਾਸਤੇ ਕਈ ਚਰ ਹੋ ਸਕਦੇ ਹਨ। ਸੱਚ ਤਾਲਿਕਾ ਵਿੱਚ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਇੱਕ ਵੈਰੀਏਬਲ ਕਈ ਵਾਰ ਬਾਰ-ਬਾਰ ਆਉਂਦਾ ਹੈ ਤੇ ਜਿਹੜਾ ਮੁੱਲ ਇੱਕ ਚਰ ਹੇਠਾਂ ਲਿਖਿਆ ਜਾਂਦਾ ਹੈ ਉਹੀ ਮੁੱਲ ਉਨੀ ਵਾਰ ਉਸ ਚਰ ਹੇਠਾਂ ਲਿਖਣਾ ਜ਼ਰੂਰੀ ਹੈ। ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਇੱਕ ਸਰਲ ਤਰਕ ਵਾਕ ਲਈ ਸਿਰਫ ਇੱਕ ਵੈਰੀਏਬਲ ਪ੍ਰਤੀਕ ਦੇ ਰੂਪ ਤੇ ਲਿਆ ਜਾਂਦਾ ਹੈ। ਇਸ ਲਈ ਇੱਕ ਅੱਖਰ ਇੱਕ ਸਰਲ ਤਰਕ ਵਾਕ ਦੀ ਪ੍ਰਤੀਨਿਧਤਾ ਕਰਦਾ ਹੈ। ਦੋ ਅੱਖਰ, ਤਿੰਨ ਅੱਖਰ ਜਾਂ ਇਸ ਤੋਂ ਜ਼ਿਆਦਾ ਅੱਖਰ ਦੇ ਅਨੁਸਾਰ ਤਰਕ ਵਾਕਾਂ ਦੀ ਪ੍ਰਤੀਨਿਧਤਾ ਕਰਦੇ ਹਨ। ਇੱਕ ਚਰ ਵਾਲੀ ਸੱਚ ਤਾਲਿਕਾ। ਇੱਕ ਚਰ ਵਾਲੀ ਸੱਚ ਤਾਲਿਕਾ ਬਣਾਉਣ ਲਈ ਦੋ ਪੰਕਤੀਆਂ ਬਣਾਉਣੀ ਜ਼ਰੂਰੀਆਂ ਹਨ ਜੋ ਉਸ ਦੀ ਸੱਚ ਜਾਂ ਝੂਠ ਦੀ ਸੰਭਾਵਨਾ ਦੀ ਪ੍ਰਤੀਨਿਧਤਾ ਕਰਦੇ ਹਨ। ਸੱਚ ਤਾਲਿਕਾ ਵਿੱਚ ਸੱਚ ਵਾਸਤੇ ਸ ਸ਼ਬਦ ਅਤੇ ਝੂਠ ਵਾਸਤੇ ਝ ਅੱਖਰ ਦੀ ਵਰਤੋਂ ਕੀਤੀ ਜਾਂਦੀ ਹੈ। ਹੇਠ ਦੱਸੀ ਉਦਾਹਰਨ ਵਿੱਚ ਅਸੀਂ ਇੱਕ ਚਰ ਵਾਲੀ ਸੱਚ ਤਾਲਿਕਾ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਉਹ ਉਦਾਹਰਨ ਇਸ ਪ੍ਰਕਾਰ ਹੈ। ਇਸ ਉਦਾਹਰਨ ਵਿੱਚ ਊੜਾ ਸ਼ਬਦ ਹੈ, ਇਹ ਇੱਕ ਵੈਰੀਏਬਲ ਦੇ ਰੂਪ ਵਿੱਚ ਹੈ। ਇਸ ਦਾ ਨਤੀਜਾ ਕੀ ਹੈ? ਝੂਠ ਹੈਗਾ, ਕਿਉਂਕਿ ਜੇ ਇੱਕ ਵਾਰ ਵੀ ਝੂਠ ਆ ਜਾਏ ਕਨਕਲੂਜਨ ਵਾਲੇ ਖਾਨੇ ਵਿੱਚ ਤਾਂ ਉਹ ਉਸਦਾ ਨਤੀਜਾ ਝੂਠ ਹੁੰਦਾ ਹੈ। ਦੂਜੀ ਉਦਾਹਰਨ ਇੱਥੇ ਪ ਸ਼ਬਦ ਹੈ, ਇੱਕ ਵੈਰੀਏਬਲ ਦੇ ਰੂਪ ਵਿੱਚ ਹੈ ਤਾਂ ਇੱਕ ਵੈਰੀਏਬਲ ਦੇ ਵਿੱਚ ਸਿੰਗਲ ਸ ਤੇ ਚ ਆਵੇਗਾ।
ਇਹਨਾਂ ਦੋਹਾਂ ਉਦਾਹਰਨਾਂ ਵਿੱਚ ਇੱਕ ਚਰ ਹੈ, ਇਸ ਲਈ ਦੋਹਾਂ ਵਿੱਚ ਅਸੀਂ ਦੋ ਦੋ ਪੰਕਤੀਆਂ ਬਣਾਈਆਂ। ਇੱਕ ਚਰ ਵਾਲੀ ਸੱਚ ਤਾਲਿਕਾ ਵਿੱਚ ਇੱਕ ਸ ਅਤੇ ਇੱਕ ਚ ਲਿਖਣਾ ਜ਼ਰੂਰੀ ਹੈ। ਤੀਰ ਦਾ ਨਿਸ਼ਾਨ ਤਰਕ ਵਾਕ ਦੇ ਆਖਰੀ ਹਿੱਸੇ ਵਿੱਚ ਕਨਕਲੂਜਨ ਬਾਰੇ ਦੱਸਦਾ ਹੈ। ਸੱਚ ਤਾਲਿਕਾ ਦੇ ਸਿੱਟੇ ਵਾਲੀ ਥਾਂ ਤੇ ਜੇਕਰ ਇੱਕ ਵੀ ਚ ਆ ਜਾਵੇ ਤਾਂ ਉਸ ਦਾ ਨਿਸ਼ਕਰਸ਼ ਝੂਠ ਹੁੰਦਾ ਹੈ। ਦੋ ਚਰ ਵਾਲੀ ਸੱਚ ਤਾਲਿਕਾ। ਦੋ ਚਰ ਵਾਲੀ ਸੱਚ ਤਾਲਿਕਾ ਬਣਾਉਣ ਲਈ ਉਸ ਵਿੱਚ ਚਾਰ ਪੰਕਤੀਆਂ ਦਾ ਹੋਣਾ ਲਾਜ਼ਮੀ ਹੈ। ਪਹਿਲੇ ਚਰ ਹੇਠਾਂ 200 ਤੇ 2 ਚ, ਦੂਜੇ ਚਰ ਹੇਠਾਂ 100 ਤੇ 1 ਚ ਵਾਰੀ-ਵਾਰੀ ਲਿਖ ਕੇ ਚਾਰ ਪੰਕਤੀਆਂ ਬਣਾਉਣੀਆਂ ਜ਼ਰੂਰੀ ਹਨ। ਅਸੀਂ ਇਸ ਨੂੰ ਹੇਠ ਲਿਖੀ ਉਦਾਹਰਣ ਨਾਲ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਇਸ ਉਦਾਹਰਣ ਵਿੱਚ ਅਸੀਂ ਚਾਰ ਪੰਕਤੀਆਂ ਬਣਾਈਆਂ ਕਿਉਂਕਿ ਇਸ ਵਿੱਚ ਦੋ ਚਰ ਹਨ। ਇਸ ਵਿੱਚ ਪਹਿਲੇ ਚਰ ਕ ਦੇ ਹੇਠਾਂ ਅਸੀਂ 200 ਅਤੇ 2 ਚ ਲਿਖੇ। ਦੂਜੇ ਚਰ ਖ ਹੇਠਾਂ ਅਸੀਂ 100 ਅਤੇ 1 ਚ ਲਿਖੇ। ਇਸ ਉਦਾਹਰਣ ਦਾ ਸਿੱਟਾ ਝੂਠ ਨਿਕਲਿਆ ਕਿਉਂਕਿ ਕਨਕਲੂਜਨ ਵਾਲੀ ਥਾਂ ਤੇ ਇੱਕ ਚ ਆ ਗਿਆ। ਤਿੰਨ ਚਰ ਵਾਲੀ ਸੱਚ ਤਾਲਿਕਾ। ਤਿੰਨ ਚਰ ਵਾਲੀ ਸੱਚ ਤਾਲਿਕਾ ਵਿੱਚ 8 ਪੰਕਤੀਆਂ ਬਣਾਉਣੀ ਜ਼ਰੂਰੀਆਂ ਹਨ। ਇਸ ਵਿੱਚ ਅਸੀਂ ਪਹਿਲੇ ਚਰ ਹੇਠਾਂ 400 ਤੇ 4 ਚ ਲਿਖਣੇ ਜ਼ਰੂਰੀ ਹਨ। ਦੂਜੇ ਚਰ ਹੇਠਾਂ 200 ਤੇ 2 ਚ ਤੇ ਤੀਜੇ ਚਰ ਹੇਠਾਂ 100 1 ਚ ਲਿਖਣੇ ਵਾਰ-ਵਾਰ ਜ਼ਰੂਰੀ ਹਨ। ਤਿੰਨ ਚਰ ਵਾਲੀ ਸੱਚ ਤਾਲਿਕਾ ਨੂੰ ਹੇਠ ਦੱਸੀ ਉਦਾਹਰਣ ਅਨੁਸਾਰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਇਸ ਤਿੰਨ ਚਰ ਵਾਲੀ ਸੱਚ ਤਾਲਿਕਾ ਵਿੱਚ ਅਸੀਂ 8 ਪੰਕਤੀਆਂ ਬਣਾਈਆਂ। ਪਹਿਲੇ ਚਰ ਊੜਾ ਹੇਠਾਂ ਅਸੀਂ 400 ਅਤੇ 4 ਚ ਲਿਖੇ। ਦੂਜੇ ਚਰ ਆਰਾ ਹੇਠਾਂ ਅਸੀਂ 200 ਅਤੇ 2 ਚ ਕ੍ਰਮ ਨਾਲ ਵਾਰ-ਵਾਰ ਲਿਖੇ। ਇਸ ਤਰ੍ਹਾਂ ਤੀਜੇ ਚਰ ਪ ਹੇਠਾਂ ਅਸੀਂ 100 ਅਤੇ 1 ਚ ਉਸੇ ਕ੍ਰਮ ਅਨੁਸਾਰ ਲਿਖੇ। ਇਸ ਤਿੰਨ ਚਰ ਵਾਲੀ ਸੱਚ ਤਾਲਿਕਾ ਦਾ ਨਤੀਜਾ ਸੱਚ ਹੈ ਕਿਉਂਕਿ ਇਸ ਵਿੱਚ ਨਤੀਜੇ ਵਾਲੀ ਪੰਕਤੀ ਵਿੱਚ ਸਾਰੇ 100 ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਚਰ ਵਾਲੀ ਸੱਚ ਤਾਲਿਕਾ ਵਿੱਚ 2 ਪੰਕਤੀਆਂ, 2 ਚਰ ਵਾਲੀ 4 ਪੰਕਤੀਆਂ, 3 ਵਿੱਚ 8 ਪੰਕਤੀਆਂ ਤੇ 4 ਵਾਲੀ ਵਿੱਚ 16 ਪੰਕਤੀਆਂ, 5 ਵਾਲੀ ਸੱਚ ਤਾਲਿਕਾ ਵਿੱਚ 32 ਪੰਕਤੀਆਂ ਹੋਣੀਆਂ ਜ਼ਰੂਰੀ ਹਨ। ਇਹਨਾਂ ਨਿਯਮਾਂ ਦੇ ਅਨੁਸਾਰ ਯਾਦ ਰੱਖਣ ਬਿਨਾਂ ਅਸੀਂ ਸੱਚ ਤਾਲਿਕਾ ਨਹੀਂ ਬਣਾ ਸਕਦੇ। ਇਸ ਤਰ੍ਹਾਂ ਅਸੀਂ ਵੇਖਿਆ ਪ੍ਰਤੀਕਾਤਮਕ ਤਰਕ ਸ਼ਾਸਤਰ ਗਣਿਤ ਦੀ ਤਰ੍ਹਾਂ ਆਕਾਰਾਤਮਕ ਵਿਗਿਆਨ ਹੈ। ਇਹ ਤਰਕ ਸ਼ਾਸਤਰ ਆਗਮਨ ਅਤੇ ਨਿਗਮਨ ਤੋਂ ਬਿਲਕੁਲ ਭਿੰਨ ਹੈ ਕਿਉਂਕਿ ਇਹਨਾਂ ਵਿੱਚ ਚਿੰਨ੍ਹਾਂ ਰਾਹੀਂ ਅਤੇ ਉਹਨਾਂ ਦੇ ਨਿਯਮਾਂ ਰਾਹੀਂ ਤਾਰਕਿਕ ਯੁਕਤੀਆਂ ਨੂੰ ਸੱਚ ਜਾਂ ਝੂਠ ਸਾਬਿਤ ਕੀਤਾ ਜਾਂਦਾ ਹੈ।